ओके राइट बेटा, कल आप गुलाब की फसल कर रहे सी। कवि है हरभजन सिंह हुंदल। ठीक है, कवि का नाम प्रॉपरली याद करना है, पूरा याद करना है। ठीक है, सो लास्ट टू पैरा वो रह गए सी कल साडे। ठीक है, साडी पिठ ते खड़ा इतिहास साडा, सानू माण है लहू दे रंग उत्ते। इसदा मतलब की है कि जिहड़ा साडा इतिहास है बहुत ज्यादा स्ट्रॉन्ग है, क्योंकि जे साडे इतिहास विच इन्नियां सारियां कुर्बानियां ना होईयां हुंदियां ते अज असीं इज्जत दे नाल नहीं सी तुरना। ठीक है, सानू माण है लहू दे रंग उत्ते, ते सानू जिन्हां ने भी अपनी शहीदी दित्ती धर्म दे नाम ते दित्ती, उन्हां उत्ते सानू बहुत ज्यादा माण है। उन्हां ने जो अपना लहू डोलिया, अपना खून डोलिया, क्योंकि खून होया सी तां ही उन्हां दी शहीदी होई सी ना। सो उन्हां दा जिहड़ा खून दा रंग है, उन्हां ते भी सानू बहुत ज्यादा माण है। ठीक है, आपां फकर महसूस करदे हां। ਅਸੀਂ ਜਾਣਦੇ ਕਿੰਜ ਕੁਰਬਾਨ ਹੋਣਾ ਸੋਹਣੇ ਦੇਸ਼ ਦੇ ਇੱਕ ਵੀ ਮੰਗ ਉੱਤੇ। ਅਸੀਂ मतलब कि सानू ਇਹ ਵਿਰਾਸਤ ਵਿੱਚ ਹੀ ਮਿਲਿਆ ਹੈ। ठीक है, ਸ਼ਹੀਦ ਹੋਣਾ ਆਪਣੇ ਦੇਸ਼ ਲਈ, ਆਪਣੀ ਕੌਮ ਲਈ ਸ਼ਹੀਦ ਹੋਣਾ, ਇਹ ਸਾਨੂੰ ਪੰਜਾਬੀਆਂ ਨੂੰ ਵਿਰਾਸਤ ਵਿੱਚ ਹੀ ਮਿਲਿਆ ਹੈ। ਸੋ ਅਸੀਂ ਹਰ ਇੱਕ ਪਲ ਖੜੇ ਰਹਿੰਦੇ ਹਾਂ। ਅਸੀਂ ਹਮੇਸ਼ਾ ਅਡੋਲਦੇ ਨਹੀਂ, ਆਪਾਂ ਸੌਰੀ ਡੋਲਦੇ ਨਹੀਂ, ਅਡੋਲ ਰਹਿੰਦੇ ਹਾਂ ਕਿ ਜਦੋਂ ਵੀ ਸਾਨੂੰ ਕਿਹਾ ਜਾਵੇ ਕਿ ਆਪਣੇ ਦੇਸ਼ ਲਈ, ਆਪਣੇ ਧਰਮ ਲਈ ਸ਼ਹੀਦ ਹੋਣਾ ਹੈ, ਅਸੀਂ ਇੱਕ ਮਿੰਟ ਵੀ ਨਹੀਂ ਲਾਉਂਦੇ, ਅਸੀਂ ਬਿਲਕੁਲ ਵੀ ਡਰਦੇ ਨਹੀਂ ਹਾਂ। ਅਸੀਂ ਹਮੇਸ਼ਾ रेडी रहने हाँ, तैयार बर तैयार रहने हाँ। ठीक है, ये वाला पैरा क्लियर है। सो ਇਹਦੇ ਵਿੱਚੋਂ ਦੀ ਕਾਵੰਸ਼ ਲਿਖ ਲਓ, ਕਿਉਂਕਿ ਕੱਲ ਮੈਂ ਤੁਹਾਨੂੰ ਕਾਵੰਸ਼ ਦੇ ਕੁਐਸਚਨ ਆਂਸਰਸ ਲਿਖਵਾ ਰਹੀ ਸੀ। ਠੀਕ ਹੈ, ਸਾਡੀ ਪਿੱਠ ਤੇ ਕੀ ਖੜਾ ਹੈ, ਇਹਦਾ ਕੁਐਸਚਨ ਲਿਖ ਲਓ ਸੈਕਿੰਡ ਲਾਸਟ ਪੈਰੇ ਦਾ। ਸਾਡੀ ਪਿੱਠ ਤੇ ਕੀ ਖੜਾ ਹੈ, ਕੀ ਖੜਾ ਹੈ ਸਾਡੀ ਪਿੱਠ ਤੇ? इतिहास। ठीक है, नेक्स्ट क्वेश्चन, सानू किस उत्ते माण है? इसी पैरे दा सेकंड क्वेश्चन, सानू किस उत्ते माण है? किस उत्ते माण है सानू? एनीवन? यस सोमिल? मैम लहू दे रंग उत्ते। लहू दे रंग उत्ते या शहीदां दी कुर्बानी उत्ते। ठीक है, एक्सेक्ट। ओके, ਅਸੀਂ किस ਲਈ जान वार सकते हाँ? नेक्स्ट, ਅਸੀਂ किस ਲਈ जान वार सकते हाँ? कृतिका? अपने सोहने पंजाब वास्ते। अपने सोहने पंजाब ਲਈ या सोहने देश ਲਈ लिखो। ठीक है, ओके लास्ट पैरा। ਜਦੋਂ ਅੰਬਾਂ ਨੂੰ ਲੱਗਿਆ ਬੂਰ ਹੋਵੇ, ਕੋਇਲ ਆਣ ਕੇ ਉਸ ਥਾਂ ਚਹਿਕਦੀ ਹੈ। ਹੁਣ ਅੰਬਾਂ ਨੂੰ ਬੂਰ, ਤੁਸੀਂ ਕਦੀ ਅੰਬ ਦੇਖਿਆ, ਅੰਬ ਦਾ ਬੂਟਾ ਦੇਖਿਆ ਹੋਵੇਗਾ ਕਾਫੀ ਬੱਚਿਆਂ ਨੇ। ਠੀਕ ਹੈ, ਉਹਨੂੰ ਨਾ ਏਦਾਂ ਛੋਟੀਆਂ ਛੋਟੀਆਂ ਜੀ ਨਾ ਬਰਡਸ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ, ਡੋਡੀਆਂ, ਜਿੱਦਾਂ ਫੁੱਲ ਨੂੰ ਨਿਕਲਣੀ ਹੁੰਦੀ ਨਾ, ਫਿਰ ਫੁੱਲ ਹੁੰਦਾ, ਏਦਾਂ ਹੀ ਡੋਡੀਆਂ ਨਿਕਲਣੀਆਂ ਸ਼ੁਰੂ ਹੁੰਦੀਆਂ ਉਹਦੇ ਤੋਂ। ਫਿਰ ਉਹ ਵੱਡਾ 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 ਵੱਡੇ ਅੰਬ ਲੱਗਣੇ ਸ਼ੁਰੂ ਹੋ ਜਾਂਦੇ ਨੇ। ਬੂਰ ਮੀਨਸ ਉਹਨੂੰ ਫਲਾਰ ਲੱਗਣੇ ਸ਼ੁਰੂ ਹੋ ਜਾਂਦੇ ਨੇ। ਠੀਕ ਹੈ, ਉਹਨੂੰ ਆਪਾਂ ਬੋਲਦੇ ਹਾਂ ਬੂਰ। ਸਪੈਸ਼ਲੀ ਇੱਕ ਮੌਸਮ ਹੁੰਦਾ, ਉਹਦੇ ਵਿੱਚ ਅੰਬਾਂ ਨੂੰ ਬੂਰ ਪੈਂਦਾ। ਠੀਕ ਹੈ, ਤੇ ਜਦੋਂ ਅੰਬਾਂ ਨੂੰ ਬੂਰ ਪੈ ਜਾਂਦਾ, ਉਦੋਂ ਕੋਇਲ ਜਿਹੜਾ ਇੱਕ ਪੰਛੀ ਹੈ, ਉਹ ਨਾ ਉੱਥੇ ਆ ਕੇ ਬੋਲਦੀ ਹੈ, ਚਹਿਕਦੀ ਹੈ, ਉਹ ਖੁਸ਼ੀ ਵਿੱਚ ਗੀਤ ਗਾਉਂਦੀ ਹੈ। ਠੀਕ ਹੈ, ਫਿਰ ਦੇਖੋ ਜਿੱਥੇ ਜਿੱਥੇ ਸ਼ਹੀਦਾਂ ਦਾ ਸੇਮ ਉਸੇ ਤਰ੍ਹਾਂ ਹੀ ਜਿੱਥੇ ਜਿੱਥੇ ਸ਼ਹੀਦਾਂ ਨੇ ਸ਼ਹੀਦੀ ਦਿੱਤੀ, ਆਪਣਾ ਖੂਨ ਡੋਲਿਆ, ਉੱਥੇ ਕੀ ਹੁੰਦਾ ਹੈ? ਉੱਥੇ ਫਸਲ ਗੁਲਾਬੀ ਮਹਿਕਦੀ ਹੈ। ਫਸਲ ਗੁਲਾਬੀ ਮਤਲਬ ਉੱਥੇ ਹੋਰ ਵੀ ਜ਼ਿਆਦਾ, ਜਿਸ ਤਰ੍ਹਾਂ ਹੁਣ ਮੰਨ ਲਓ ਕਿ ਵਿਰਾਸਤ ਵਿੱਚ ਹੀ ਜੋ ਸਾਨੂੰ ਮਿਲਿਆ ਹੋਇਆ, ਉੱਥੇ ਉੱਥੇ ਜਾ ਕੇ ਗੁਲਾਬ ਦੀ ਫਸਲ ਮਹਿਕਦੀ, ਮਤਲਬ ਉੱਥੇ ਅੱਜ ਵੀ ਜੇ ਤੁਸੀਂ ਜਾਓਗੇ ਤਾਂ ਸ਼ਹੀਦਾਂ ਦੇ ਲਹੂ ਦੀ ਸਮੈਲ ਆਉਂਦੀ ਹੈ। ਫੋਰ ਐਗਜ਼ਾਮਪਲ ਜਲਿਆਂਵਾਲਾ ਬਾਗ। ਠੀਕ ਹੈ ਨਾ, ਜਲਿਆਂਵਾਲੇ ਬਾਗ ਦੇ ਵਿੱਚ ਦੇਖੋ ਲੋਕਾਂ ਨੇ ਆਪਣੀ ਸ਼ਹਾਦਤ ਦਿੱਤੀ ਸੀਗੀ, ਹਨਾ, ਨਿਹੱਥੇ ਲੋਕਾਂ ਨੇ। ਤੇ ਅੱਜ ਵੀ ਉੱਥੇ ਤੁਸੀਂ ਜਾ ਕੇ ਦੇਖਦੇ ਹੋ ਤਾਂ ਉਹ ਸਾਰੀਆਂ ਗੋਲੀਆਂ ਦੇ ਨਿਸ਼ਾਨ ਦੀਵਾਰਾਂ ਉੱਤੇ ਉਦਾਂ ਹੀ ਲੱਗੇ ਹੋਏ ਨੇ। ਉੱਥੇ ਉੱਥੇ ਗੁਲਾਬ ਦੀ ਫਸਲ ਮਹਿਕਦੀ, ਮਤਲਬ ਗੁਲਾਬ ਦੀ ਫਸਲ ਕਿ ਜਿੱਦਾਂ ਫੁੱਲਾਂ, ਗੁਲਾਬ ਦੇ ਫੁੱਲਾਂ ਦੇ ਵਿੱਚੋਂ ਦੀ ਮਹਿਕ ਆਉਂਦਾ ਹੈ, ਸੇਮ ਉਸੇ ਤਰ੍ਹਾਂ ਹੀ ਸ਼ਹੀਦਾਂ ਦੇ ਲਹੂ ਦੀ ਮਹਿਕ, ਉਹਨਾਂ ਦੀ ਕੁਰਬਾਨੀ ਸਾਨੂੰ ਅੱਜ ਵੀ ਯਾਦ ਹੈ। ਹੁਣ ਜੇ ਤੁਸੀਂ ਸਰਹੰਦ ਚਲੇ ਜਾਓ, ਉੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਚੜਵਾਇਆ ਗਿਆ ਸੀਗਾ। ਠੀਕ ਹੈ, ਉਹ ਅੱਜ ਵੀ ਕੰਧ ਉੱਥੇ ਹੀ ਹੈ, ਬਰਕਰਾਰ ਹੈ। ਤੁਸੀਂ ਉੱਥੇ ਜਾਂਦੇ ਹੋ, ਤੁਹਾਡੇ ਦਿਮਾਗ ਵਿੱਚ ਆਟੋਮੈਟਿਕ ਇਹ ਰਹਿੰਦਾ ਕਿ ਹਾਂ ਇੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚੜਵਾਇਆ ਗਿਆ ਸੀਗਾ। ਠੀਕ ਹੈ, ਜਯਨ? Ma'am, kindly repeat last two questions. Ma'am, network okay ਸਾਨੂੰ okay ਸਿੱਕੀ ਲਾਸਟ ਪੈਰੇ ਦੇ ਲਾਸਟ ਕੁਐਸਚਨ, ਸਾਨੂੰ ਕਿਸ ਉੱਤੇ ਮਾਣ ਹੈ? ਮਾਣ ਨਾ ਲਿਖੋ ਬੇਟਾ, ਮਾਣ ਲਿਖੋ। ਠੀਕ ਹੈ, ਨਾਣਾ ਪਾਈ, ਸਾਨੂੰ ਕਿਸ ਉੱਤੇ ਮਾਣ ਹੈ? ਠੀਕ ਹੈ, ਕੁਰਬਾਨੀ, ਸ਼ਹੀਦਾਂ ਦੀ ਕੁਰਬਾਨੀ ਉੱਤੇ ਜਾਂ ਸ਼ਹੀਦਾਂ ਦੇ ਲਹੂ ਉੱਤੇ। ਠੀਕ ਹੈ, ਲਾਸਟ ਸੀ ਸੈਕਿੰਡ ਪੈਰੇ ਦੇ ਵਿੱਚੋਂ ਦੀ, ਅਸੀਂ ਕਿਸ ਲਈ ਕੁਰਬਾਨ ਹੁੰਦੇ ਹਾਂ? ਠੀਕ ਹੈ, ਆਪਣੇ ਦੇਸ਼ ਲਈ। ਓਕੇ,
ਲਾਸਟ ਪੈਰੇ ਦਾ ਕਾਵੰਸ਼ ਲਿਖ ਲਓ। ਕੋਇਲ ਕਿੱਥੇ ਆ ਕੇ ਚਹਿਕਦੀ ਹੈ। ਕੋਇਲ ਦੇ ਸਪੈਲਿੰਗ ਤੁਹਾਡੀ ਬੁੱਕ ਤੇ ਲਿਖੇ ਹੋਏ ਨੇ, ਚਹਿਕਦੀ ਦੇ ਸਪੈਲਿੰਗ ਵੀ ਤੁਹਾਡੀ ਬੁੱਕ ਤੇ ਲਿਖੇ ਹੋਏ ਨੇ। ਕੋਇਲ ਕਿੱਥੇ ਆ ਕੇ ਚਹਿਕਦੀ ਹੈ, ठीक है। लास्ट क्वेश्चन, गुलाब दी फसल किथे महकदी है। गुलाब दी फसल किथे महकदी है, यह भी क्वेश्चन बन सकता है केड़ी फसल महकदी है, गुलाब दी, या गुलाब दी फसल किथे महकदी है जिथे शहीदां ने शहीदी दी होंदी है या शहादत प्राप्त की होंदी। ठीक है जी, हो गए कावंश के क्वेश्चन आंसर्स। डन कावंश, इन्हों अपनी फेयर कॉपी ते कर लियो। ठीक है, पोएम समझ लग गई, जिन्हों कोई भी पैरा ना समझ लगा हो मैनू पूछ लो। ठीक है, गो थ्रू हो जाओ। डन। उस तो बाद विच केंद्री भाव, केंद्री भाव कौन सुनाएगा, एनीवन? जयन, हाँ जी। मैम इसका क्या आंसर है, कोयल किथे आके चहकदी है। अंबा, जिथे अंबा नूं बूर लग्या हुंदा है। ठीक है, ते लास्ट क्वेश्चन है कि गुलाब दी फसल किथे महकदी है या केड़ी फसल महकदी है। ठीक है, सो बेटा केंद्री भाव सारे जने सुन लो। यस सोमिल। हम यस मैम। गुलाब दी फसल कविता हरभजन सिंह हुंडल जी दी लिखी हुई है। इस कविता विच कवि सिखां दी प्रशंसा करते हुए कहता है कि सिखां ने अपने धर्म दी खातर कुर्बानियां दित्तियां सन। इस कविता विच सिख इतिहास दीयां शहीदियां बारे दस्सिया गया है। ਉਹ ਮਰਦੇ ਦਮ ਤੱਕ ਆਪਣੇ ਧਰਮ ਤੋਂ ਅਡੋਲ ਰਹੇ। ਇਸ ਕਵਿਤਾ ਵਿੱਚ ਦੱਸਿਆ ਗਿਆ ਹੈ ਕਿ ਸਿੱਖਾਂ ਨੂੰ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਸ਼ੀਰਵਾਦ ਹੈ। ਮੁਗਲਾਂ ਨੇ ਉਹਨਾਂ ਨੂੰ ਕਈ ਤਰ੍ਹਾਂ ਦੇ ਤਸੀਹੇ ਦਿੱਤੇ, ਪਰ ਉਹ ਅਡੋਲ ਰਹਿ ਕੇ ਪਰਮਾਤਮਾ ਦੀ ਭਗਤੀ ਵਿੱਚ ਲੱਗੇ ਰਹੇ। ਇਸ ਕਵਿਤਾ ਵਿੱਚ ਕਈ ਜ਼ਾਲਮਾਂ ਦਾ ਜ਼ਿਕਰ ਆਇਆ ਹੈ, ਜਿਵੇਂ ਮੀਰ ਮਨੂੰ, ਵਜ਼ੀਰ ਖਾਂ ਤੇ ਹੋਰ ਕਈ ਮੁਗਲ ਬਾਦਸ਼ਾਹ, ਜਿਨ੍ਹਾਂ ਨੇ ਸਿੱਖਾਂ ਤੇ ਅੱਤ ਦੇ ਜ਼ੁਲਮ ਕੀਤੇ ਸਨ। ਜਿਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਸਰਹਿੰਦ ਵਿੱਚ ਕੰਧਾਂ ਵਿੱਚ ਚੁਣਵਾ ਦਿੱਤਾ ਸੀ, ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ, ਸੀਸਗੰਜ ਦੇ ਸਥਾਨ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੋਈ ਸੀ, ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾ ਕੇ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਗਏ ਸਨ, ਕਈ ਸਿੱਖਾਂ ਦੇ ਸਿਰ ਵੱਢ ਦਿੱਤੇ ਤੇ ਕਈ ਸਿੱਖਾਂ ਨੂੰ ਚੜਖੜੀ ਤੇ ਵੀ ਤਸੀਹੇ ਦਿੱਤੇ ਗਏ। ਪਰ ਜਿਵੇਂ ਫੁੱਲ ਕਦੇ ਮਹਿਕਣਾ ਬੰਦ ਨਹੀਂ ਕਰਦੇ, ਉੰਝ ਹੀ ਸਿੱਖਾਂ ਨੇ ਕਦੇ ਹਾਰ ਨਹੀਂ ਮੰਨੀ, ਹਮੇਸ਼ਾ ਦੇਸ਼ ਤੇ ਧਰਮ ਦੀ ਖਾਤਰ ਕੁਰਬਾਨੀਆਂ ਦਿੱਤੀਆਂ ਤੇ ਕਦੀ ਹਿੰਮਤ ਨਹੀਂ ਛੱਡੀ। ਇਹ ਕਵਿਤਾ ਸਾਨੂੰ ਜ਼ੁਲਮ ਦੇ ਖਿਲਾਫ ਲੜਨ ਦੀ ਪ੍ਰੇਰਨਾ ਦਿੰਦੀ ਹੈ। ਅੰਤ ਕਵੀ ਇਹ ਕਹਿਣਾ ਚਾਹੁੰਦਾ ਹੈ ਕਿ ਲਹੂਆਂ ਨਾਲ ਸਿੱਖ ਇਤਿਹਾਸ ਲਿਖਿਆ ਗਿਆ ਹੈ ਤੇ ਜਿਵੇਂ ਫੁੱਲ ਅੱਜ ਵੀ ਮਹਿਕਦੇ ਹਨ, ਓਦਾਂ ਹੀ ਸਾਨੂੰ ਅੱਜ ਵੀ ਸ਼ਹੀਦਾਂ ਦੀ ਸ਼ਹੀਦੀ ਤੇ ਮਾਣ ਹੈ ਤੇ ਅੱਜ ਵੀ ਉਹਨਾਂ ਨੂੰ ਯਾਦ ਕਰਦੇ ਹਾਂ। वेरी गुड सोमिल। हाँ जी कृतिका। कृतिका। ਗੁਲਾਬ ਦੀ ਫਸਲ ਕਵਿਤਾ ਕਵੀ ਹਰਭਜਨ ਸਿੰਘ ਹੁੰਦਲ ਦੀ ਲਿਖੀ ਹੋਈ ਹੈ। ਇਸ ਕਵਿਤਾ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਸਿੱਖਾਂ ਨੇ ਆਪਣੀਆਂ ਸ਼ਹੀਦੀਆਂ ਦਿੱਤੀਆਂ, ਜਿਸ ਕਰਕੇ ਅਸੀਂ ਅੱਜ ਵੀ ਜ਼ਿੰਦਾ ਹਾਂ। ਉਹ ਕਿੱਦਾਂ ਆਪਣੇ ਧਰਮ ਤੋਂ ਅਡੋਲੇ ਨਹੀਂ, ਉਹਨਾਂ ਨੂੰ ਬਹੁਤ ਸਾਰੇ ਤਸੀਹੇ ਦਿੱਤੇ ਗਏ, ਜਿਵੇਂ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਪੁੱਤਰਾਂ ਦੀ ਸ਼ਹੀਦੀ ਚਮਕੌਰ ਵਿਖੇ ਹੋਈ। ਮੀਰ ਮੰਨੂ ਅਤੇ ਹੋਰ ਵੀ ਕਿੰਨੇ ਜ਼ਾਲਮ ਮੁਗਲ ਹਾਕਮਾਂ ਨੇ ਕਿੰਨੇ ਤਸੀਹੇ ਦਿੱਤੇ ਤਾਂ ਕਿ ਅਸੀਂ ਇਸਲਾਮ ਧਰਮ ਕਬੂਲ ਕਰ ਲਈਏ, ਪਰ ਸਿੱਖਾਂ ਨੇ ਆਪਣੇ ਧਰਮ ਤੋਂ ਅਡੋਲੇ ਨਹੀਂ ਅਤੇ ਉਹ ਆਪਣੇ ਸਿੱਖ ਧਰਮ ਲਈ ਲੜਦੇ ਰਹੇ। ਕਿਵੇਂ ਕਿੰਨੇ ਸਾਰੇ ਸਿੱਖਾਂ ਨੂੰ ਝੜਖੜੀ ਤੇ ਤਸੀਹੇ ਦਿੱਤੇ ਗਏ ਅਤੇ ਮਾਵਾਂ ਵੀ ਅਡੋਲੀਆਂ ਨਹੀਂ ਅਤੇ ਬਿਲਕੁਲ ਵੀ ਘਬਰਾਈਆਂ ਨਹੀਂ। ਕਿਵੇਂ ਅਸੀਂ ਅੱਜ ਵੀ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਅਤੇ ਉਸ ਮਿੱਟੀ ਦੇ ਮੁੱਲ ਨੂੰ ਅੱਜ ਵੀ ਯਾਦ ਰੱਖਦੇ ਹਾਂ। ਕਿਵੇਂ ਸਾਡੀ ਪਿੱਠ ਉੱਤੇ ਅੱਜ ਵੀ ਸਾਡਾ ਇਤਿਹਾਸ ਖੜਾ ਹੈ ਅਤੇ ਅਸੀਂ ਅੱਜ ਵੀ ਇਸ ਇਤਿਹਾਸ ਨੂੰ ਯਾਦ ਕਰਦੇ ਹੋਏ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ। ठीक है, गुड, राइट बेटा। और कोई बच्चा सुनाना चाहेगा द केंद्री भाव? एनीवन? ठीक है, सो केंद्री भाव दे विच पहला जिस तरह सोमिल ने बहुत अच्छा बोलिया, ठीक है, कृतिका ने भी ठीक बोलिया। किवें किवें कृतिका आपा बार-बार नहीं बोलना, ठीक है, कि किवें, राइट। सो सब तो पहला तुसीं की करना है, कविता का नाम लिखना है गुलाब की फसल, फिर तुसीं कवि का नाम लिखना है हरभजन सिंह हुंदल। ठीक है,
ਸੋ ਪੁੱਛਿਆ ਜਾ ਸਕਦਾ ਹੈ ਕਵੀ ਦਾ ਨਾਮ ਤੇ ਕਵਿਤਾ ਦਾ ਨਾਮ। ਕਵੀ ਦਾ ਨਾਮ ਅਗੇਨ ਤੁਸੀਂ ਕਵੀ ਦੇ ਸਪੈਲਿੰਗ ਗਲਤ ਲਿਖਦੇ ਰਹਿੰਦੇ ਹੋ, ਠੀਕ ਹੈ, ਉਹ ਜਦ ਕੁਐਸਚਨ ਵਿੱਚ ਕਲੀਅਰ ਕੱਟ ਲਿਖਿਆ ਹੋਇਆ ਹੈ। ਸੋ ਪਹਿਲਾ ਤੁਸੀਂ ਲਿਖਣਾ ਹੈ ਕਿ ਇਸ ਕਵਿਤਾ ਦੇ ਵਿੱਚ ਸਿੱਖ ਇਤਿਹਾਸ ਬਾਰੇ ਗੱਲ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਸ਼ਹੀਦੀਆਂ ਉਹਨਾਂ ਨੇ ਪ੍ਰਾਪਤ ਕੀਤੀਆਂ, ਠੀਕ ਹੈ, ਸਿੱਖਾਂ ਨੇ ਆਪਣੇ ਧਰਮ ਨੂੰ ਬਚਾਉਣ ਦੇ ਲਈ, ਉਸ ਦੀ ਰੱਖਿਆ ਦੇ ਲਈ ਆਪਣੀਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ। ਫਿਰ ਤੁਸੀਂ ਦੱਸਣਾ ਹੈ ਕਿ 10ਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਇੱਕ ਆਸ਼ੀਰਵਾਦ ਦਿੱਤਾ ਸੀ, ਉਹਨਾਂ ਦੀ ਸਥਾਪਨਾ ਸੀਗੀ, ਠੀਕ ਹੈ, ਤੇ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਹੀ ਜਿਹੜਾ ਸਿੱਖ ਇਤਿਹਾਸ ਹੈ ਉਹ ਬਹੁਤ ਵਧੀਆ ਤਰੀਕੇ ਨਾਲ ਬਰਕਰਾਰ ਹੈ, ਠੀਕ ਹੈ। ਤੇ ਤੁਸੀਂ ਦੱਸਣਾ ਕਿ ਇਸ ਵਿੱਚ ਕੁਝ ਜ਼ਾਲਮਾਂ ਦਾ ਜ਼ਿਕਰ ਆਇਆ ਹੈ, ਜਿਸ ਤਰ੍ਹਾਂ ਮੀਰ ਮਨੂੰ ਹੈ, ਵਜ਼ੀਰ ਖਾਨ ਹੈ। ਇਹਨਾਂ ਨੇ ਕੀ ਕੀਤਾ ਸੀਗਾ ਕਿ ਵਜ਼ੀਰ ਖਾਨ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਦਿੱਤੀ ਸੀਗੀ, ਠੀਕ ਹੈ, ਉਹਨਾਂ ਨੂੰ ਨੀਹਾਂ ਵਿੱਚ ਚੜਵਾ ਦਿੱਤਾ ਸੀਗਾ, ਰਾਈਟ। ਤੇ ਫਿਰ ਤੁਸੀਂ ਇਹਦੇ ਵਿੱਚ ਦੱਸਣਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪੂਰਾ ਵੰਸ਼ ਜਿਹੜਾ ਹੈ ਉਹ ਆਪਣੇ ਧਰਮ ਲਈ ਵਾਰ ਦਿੱਤਾ ਸੀ, ਜਿਹਦੇ ਵਿੱਚ ਉਹਨਾਂ ਦੀ ਸ਼ਹੀਦੀ, ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ, ਠੀਕ ਹੈ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਉਹਨਾਂ ਬਾਰੇ ਦੱਸਣਾ, ਠੀਕ ਹੈ। ਤੇ ਤੁਸੀਂ ਦੱਸਣਾ ਹੈ ਕਿ ਕਿਸ ਤਰ੍ਹਾਂ ਉਹਨਾਂ ਨੂੰ ਜਿਹੜੇ ਹੋਰ ਵੀ ਸਿੱਖ ਸਨ, ਠੀਕ ਹੈ, ਜਿਸ ਤਰ੍ਹਾਂ 40 ਦੇ ਮੈਂ ਤੁਹਾਡੇ ਨਾਲ ਕੱਲ ਗੱਲ ਕੀਤੀ ਸੀਗੀ, ਉਹਨਾਂ ਨੂੰ ਚਰਖੜੀਆਂ ਤੇ ਚਾੜਿਆ ਗਿਆ ਤੇ ਜਿਹੜੀਆਂ ਮਾਵਾਂ ਵੀ ਸੀ ਉਹ ਵੀ ਅਡੋਲ ਰਹੀਆਂ ਸਨ, ਉਹ ਵੀ ਬਿਲਕੁਲ ਵੀ ਘਬਰਾਈਆਂ ਨਹੀਂ, ਉਹਨਾਂ ਨੇ ਬੜੀ ਖੁਸ਼ੀ ਆਪਣੇ ਬੱਚਿਆਂ ਦੀ ਸ਼ਹੀਦੀ ਨੂੰ ਸਵੀਕਾਰਿਆ ਸੀਗਾ ਹੱਸ ਕੇ, ਠੀਕ ਹੈ। ਤੇ ਉਹਨਾਂ ਦੇ ਜਿਹੜੇ ਬੱਚਿਆਂ ਦੇ ਜਿਗਰਾਂ ਦੇ ਜੋ ਟੋਟੇ ਸੀ ਉਹਨਾਂ ਨੂੰ ਆਪਣੀ ਝੋਲੀ ਵਿੱਚ ਪਵਾਇਆ ਸੀ, ਠੀਕ ਹੈ। ਫਿਰ ਤੁਸੀਂ ਕਹਿਣਾ ਹੈ ਕਿ ਕੁਝ ਸਿੱਖ ਸਨ ਉਹ ਆਪਣੇ ਪੰਜਾਬ ਦੀ ਖੈਰ ਮੰਗਦੇ ਸਨ ਤੇ ਉਹ ਹਰ ਇੱਕ ਸਮੇਂ ਕੁਰਬਾਨੀ ਦੇਣ ਲਈ ਤਿਆਰ ਰਹਿੰਦੇ ਸਨ, ਠੀਕ ਹੈ, ਕਿਉਂਕਿ ਉਹਨਾਂ ਨੂੰ ਸਿੱਖ ਇਤਿਹਾਸ ਦੇ ਨਾਲ, ਆਪਣੇ ਦੇਸ਼ ਦੇ ਨਾਲ ਬਹੁਤ ਜ਼ਿਆਦਾ ਪਿਆਰ ਸੀ, ਠੀਕ। ਤੇ ਐਂਡ ਤੇ ਤੁਸੀਂ ਕਹਿ ਦੇਣਾ ਹੈ ਕਿ ਕਵੀ ਨੇ ਇਸ ਕਵਿਤਾ ਵਿੱਚ ਅੰਤ ਵਿੱਚ ਕਵੀ ਨੇ ਇਹ ਕਹਿਣਾ ਚਾਹਿਆ ਹੈ ਕਿ ਸਾਨੂੰ ਸਾਡਾ ਜਿਹੜਾ ਸਿੱਖ ਇਤਿਹਾਸ ਹੈ, ਸਾਨੂੰ ਸਾਡਾ ਆਪਣਾ ਦੇਸ਼ ਹੈ ਬਹੁਤ ਜ਼ਿਆਦਾ ਪਿਆਰਾ ਹੈ ਤੇ ਸਾਨੂੰ ਕਦੀ ਵੀ ਸਿੱਖਾਂ ਦੀ ਜਿਹੜੀ ਦਿੱਤੀ ਸ਼ਹਾਦਤ ਹੈ ਉਹਨੂੰ ਭੁੱਲਣਾ ਨਹੀਂ ਚਾਹੀਦਾ, ਸਗੋਂ ਉਹਨੂੰ ਅੱਜ ਵੀ ਯਾਦ ਰੱਖਣਾ ਚਾਹੀਦਾ ਹੈ। ਜਿਸ ਤਰ੍ਹਾਂ ਕਿ ਗੁਲਾਬ ਦੀ ਫਸਲ ਜਿਹੜੀ ਹੈ ਜਾਂ ਗੁਲਾਬ ਦੀ ਜਿਹੜੀ ਸੁਗੰਧ ਹੈ ਉਹ ਹਮੇਸ਼ਾ ਰਹਿੰਦੀ ਹੈ, ਉਸੇ ਤਰ੍ਹਾਂ ਹੀ ਸਾਨੂੰ ਉਹਨਾਂ ਦੀ ਸ਼ਹੀਦੀ ਹਮੇਸ਼ਾ ਯਾਦ ਕਰਨੀ ਚਾਹੀਦੀ ਹੈ, ਠੀਕ ਹੈ। ਇਹਨੂੰ ਤੁਸੀਂ ਕੋ ਰਿਲੇਟ ਕਰ ਦੇਣਾ ਕਿ ਗੁਲਾਬ ਦੀ ਫਸਲ ਨੂੰ ਕੀ ਹੱਥ ਲਿਖਿਆ, ਕਲੀਅਰ ਹੈ, ਕੇਂਦਰੀ ਭਾਵ। ਇਸ ਤੋਂ ਬਾਅਦ ਵਿੱਚ ਕੁਐਸਚਨ ਆਨਸਰਸ, ਠੀਕ ਹੈ। ਕੁਐਸਚਨ ਆਨਸਰਸ ਵਿੱਚ ਫਰਸਟ ਕੁਐਸਚਨ ਦੇਖੋ ਬੇਟਾ, ਇਸ ਕਵਿਤਾ ਵਿੱਚ ਕੁਝ ਜ਼ਾਲਮਾਂ ਦਾ ਜ਼ਿਕਰ ਆਇਆ ਹੈ ਜਿਨ੍ਹਾਂ ਨੂੰ ਆਖਰ ਵਿੱਚ ਆਪਣੇ ਕੀਤੇ ਦੀ ਸਜ਼ਾ ਭੁਗਤਣੀ ਪਈ, ਇਸਨਾਂ ਬਾਰੇ ਸੰਖੇਪ ਵਿੱਚ ਦੱਸੋ। ਤੁਸੀਂ ਇਹਨਾਂ ਬਾਰੇ ਡਿਟੇਲ ਦੇਣੀ ਹੈ ਥੋੜੀ ਬਹੁਤੀ, ਠੀਕ ਹੈ। ਸੋ ਨਾਮ ਕਿਹਦਾ ਆਇਆ ਹੈ? ਹਾਂਜੀ ਕ੍ਰਿਤਿਕਾ। ਮੈਮ ਮੀਰ ਮਨੂੰ। ਮੀਰ ਮਨੂੰ ਦਾ ਨਾਮ, ਮੀਰ ਮਨੂੰ ਬਾਰੇ ਤੁਸੀਂ ਕੀ ਜਾਣਦੇ ਹੋ? ਮੈਮ ਮੀਰ ਮਨੂੰ ਨੇ ਕਿੱਦਾਂ ਚਮਕੌਰ ਵਿਖੇ ਛੋਟੇ ਅਤੇ ਵੱਡੇ ਸਾਹਿਬਜ਼ਾਦਿਆਂ ਦੀ ਨੂੰ ਚੁਣਵਾਇਆ ਸੀ। ਨੀਹਾਂ ਵਿੱਚ ਚੜਵਾ, ਛੋਟੇ ਸਾਹਿਬਜ਼ਾਦਿਆਂ ਨੂੰ ਨਹੀਂ ਵੱਡਿਆਂ ਨੂੰ ਚੁਣਵਾਇਆ ਸੀਗਾ, ਠੀਕ ਹੈ, ਛੋਟਿਆਂ ਨੂੰ ਦੂਸਰੇ ਸੀ, ਇੱਕ ਹੋਰ ਸੀ, ਠੀਕ ਹੈ, ਓਕੇ ਗੁੱਡ। ਦੂਸਰਾ ਨਾਮ ਕੌਣ ਸੀ? ਇੱਕ ਤਾਂ ਮੀਰ ਮਨੂੰ ਸੀ, ਇੱਕ ਹੋਰ ਨਾਮ ਸੀ, ਉਹ ਕੌਣ ਸੀ? सोमिल मैम वजीर खान भी था इसमें मैम। हाँ जी हाँ जी हाँ जी, ठीक है बेटा। सो दो जालिमां का नाम आया है, एक का है मीर मनु, ठीक है, मीर मनु, दूसरा है वजीर खान। पहला ते उस क्वेश्चन विचों दी लैनी है लाइन कि इस कविता विच दो जालिमां दा जिक्र आया है जिन्हां ने की कीता सी अपने धर्म ਨੂੰ ਬਰਕਰਾਰ ਰੱਖਣ ਲਈ ਦੂਸਰਿਆਂ ਨੂੰ ਕਿਹਾ ਸੀਗਾ ਕਿ ਤੁਸੀਂ ਆਪਣਾ ਧਰਮ ਜਿਹੜਾ ਹੈ ਉਹ ਪਰਿਵਰਤਨ ਕਰ ਲਓ, ਠੀਕ ਹੈ ਨਾ, ਧਰਮ ਪਰਿਵਰਤਨ ਕਰਨ ਲਈ। ਇਹ ਦੋਨੋਂ ਕੌਣ ਸਨ? ਇਹ ਮੁਗਲ ਹਾਕਮ ਸੀਗੇ, ਠੀਕ ਹੈ, ਇਹ ਦੋਨੋਂ ਕੌਣ ਸਨ? ਮੁਗਲ ਹਾਕਮ, ਰਾਈਟ। ਮੀਰ ਮਨੂੰ ਨੇ ਜਿਹੜੇ ਵੱਡੇ ਸਾਹਿਬਜ਼ਾਦੇ ਸੀਗੇ ਉਹਨਾਂ ਨੂੰ ਚਮਕੌਰ ਦੀ ਗਲੀ ਵਿੱਚ ਸ਼ਹੀਦ ਕਰ ਦਿੱਤਾ ਸੀ, ਚਮਕੌਰ ਦੀ ਗੜੀ ਵਿੱਚ, ਠੀਕ ਹੈ। ਜਿਹੜਾ ਵਜ਼ੀਰ ਖਾਨ ਸੀ ਇਹਨੇ ਕੀ ਕੀਤਾ ਸੀ? ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਵਿੱਚ ਨੀਹਾਂ ਵਿੱਚ ਚੜਵਾ ਦਿੱਤਾ ਸੀ ਜਿੰਦੇ ਹੀ, ਠੀਕ ਹੈ। ਇਹਨਾਂ ਦੋਨਾਂ ਬਾਰੇ ਤੁਸੀਂ ਡਿਟੇਲ ਚ ਲਿਖਣਾ। ਫਿਰ ਲਿਖਣਾ ਹੈ ਕਿ ਅੰਤ ਵਿੱਚ ਇਹਨਾਂ ਨੂੰ ਆਪਣੇ ਕੀਤੇ ਦੀ ਸਜ਼ਾ ਭੁਗਤਣੀ ਪਈ। ਕਿੱਦਾਂ? ਕਿਉਂਕਿ ਇਹਨਾਂ ਦੇ ਨਾਲ ਬਹੁਤ ਮਾੜਾ ਹੋਇਆ। ਅੰਤ ਵਿੱਚ ਇਹਨਾਂ ਨੂੰ ਆਪਣੇ ਜਿਹੜੀ ਇਹਨਾਂ ਨੇ ਕੀਤਾ ਸੀ, ਪਾਪ ਕੀਤਾ ਸੀ, ਇਹਨਾਂ ਨੂੰ ਬਾਅਦ ਵਿੱਚ ਜਾ ਕੇ ਰਿਅਲਾਈਜ਼ ਹੋਇਆ, ਠੀਕ ਹੈ, ਕਲੀਅਰ ਹੈ। ਅੰਤ ਵਿੱਚ ਇਹਨਾਂ ਨੂੰ ਆਪਣੇ ਕੀਤੇ ਦੀ ਸਜ਼ਾ ਭੁਗਤਣੀ ਪਈ ਸੀ, ਰਾਈਟ। फर्स्ट क्वेश्चन क्लियर है।
ਮੀਰ ਮਨੂੰ ਤੇ ਵਜ਼ੀਰ ਖਾਨ ਦੋਨੇ ਮੁਗਲ ਹਾਕਮ ਸਨ। ਮੀਰ ਮਨੂੰ ਨੇ ਵੱਡੇ ਸਾਹਿਬਜ਼ਾਦਿਆਂ ਨੂੰ ਚੜਵਾਇਆ, ਸ਼ਹੀਦ ਕਰਵਾਇਆ ਸੀ ਚਮਕੌਰ ਦੀ ਗੜੀ ਵਿੱਚ। ਵਜ਼ੀਰ ਖਾਨ ਨੇ ਸਰਹੰਦ ਵਿੱਚ, ਠੀਕ ਹੈ, ਛੋਟੇ ਸਾਹਿਬਜ਼ਾਦਿਆਂ ਨੂੰ। ਕਲੀਅਰ। ਸੈਕਿੰਡ, ਕਵਿਤਾ ਦੀਆਂ ਕਿਹੜੀਆਂ ਤੁਕਾਂ ਹਨ ਜਿਨ੍ਹਾਂ ਵਿੱਚ ਅੱਤ ਦੇ ਜ਼ੁਲਮ ਸਹਿੰਦੇ ਹੋਏ ਵੀ ਅਡੋਲ ਤੇ ਸ਼ਾਂਤ ਰਹਿਣ ਦੀ ਅਵਸਥਾ ਦਾ ਵਰਣਨ ਹੈ। ਹੁਣ ਦੇਖਣਾ ਤੁਸੀਂ ਪੈਰਾ ਇਦਾਂ ਦਾ ਕਿ ਜਿਹਦੇ ਵਿੱਚ ਮਤਲਬ ਬਹੁਤ ਜ਼ਿਆਦਾ ਜ਼ੁਲਮ ਕੀਤੇ ਗਏ ਸਿੱਖਾਂ ਉੱਤੇ, ਪਰ ਫਿਰ ਵੀ ਉਹ ਅਡੋਲ ਰਹੇ। ਹਾਂਜੀ ਕ੍ਰਿਤਿਕਾ। ਚਾਰ ਝੜਕਰੀ ਪਰਖਦੇ ਯੋਧਿਆਂ ਨੂੰ ਸਾਡੇ ਕੱਦ ਵੀ ਹੋਰ ਬੁਲੰਦ ਹੋਏ। ਮੈਮ ਇੱਕ ਦੂਸਰੀ ਵਾਲੀ ਲਾਈਨ ਹੋ ਸਕती है, ਟੁੱਟੇ ਜਿਗਰ ਦੇ ਸਾਹਮਣੇ ਕਰਨ ਟੋਟੇ ਮਾਵਾਂ ਡਰਕਰੇ ਝੋਲੀ ਪਾਉਂਦੀਆਂ ਨੇ। ਹੋ ਸਕਦੀ ਹੈ, ਤੁਸੀਂ ਦੱਸਣਾ ਨਾ ਤੁਹਾਨੂੰ ਕਿੱਥੇ ਕਿਹੜੀ ਕਵਿਤਾ ਦੇ ਵਿੱਚ। ਓਕੇ ਠੀਕ ਹੈ, ਇਹ ਵੀ ਹੋ ਸਕਦਾ ਹੈ। ਸੋਮਿਲ। ਮੈਮ ਇਹ ਫਸਟ ਪੈਰਾਗ੍ਰਾਫ, ਤੱਤੀ ਤਵੀ ਤੇ ਬੈਠ ਅਡੋਲ ਰਹੀਏ ਆਰੇ ਹੇਠ ਵੀ ਜ਼ਿੰਦਗੀ ਮਾਣਦੇ ਹਾਂ। ये भी हो सकता है, ठीक है। ओके। और मैम एक ये सेकंड पैराग्राफ का, जाके पूछ लो कंध सरहिंद दी नू बाल चिणे होए किद्दां हसदे ने। ਵੈਸੇ ਤਾਂ ਦੇਖੋ ਹਰ ਇੱਕ ਤੁਕ ਵਿੱਚ ਸਾਨੂੰ ਇਹੀ ਦੱਸਿਆ ਗਿਆ ਨਾ ਕਿ ਆਪਾਂ ਅੱਤ ਦੇ ਜ਼ੁਲਮ ਸਹਿਣੇ ਨੇ, ਤਾਂ ਜੇ ਸਾਨੂੰ ਉਹ ਵੀ ਸਹਿਣੇ ਪੈਂਦੇ ਨੇ ਤਾਂ ਆਪਾਂ ਫਿਰ ਵੀ ਅਡੋਲ ਰਹਿੰਦੇ ਹਾਂ, ਠੀਕ ਹੈ। ਫਸਟ ਪੈਰੇ ਵਿੱਚ ਵੀ ਹੋ ਸਕਦਾ ਹੈ, ਠੀਕ ਹੈ। ਫਸਟ ਪੈਰੇ ਦੀ ਕਿਹੜੀ ਲਾਈਨ ਹੋ ਸਕਦੀ ਹੈ, ਤਤੀ ਤਵੀ ਤੇ ਬੈਠ ਅਡੋਲ ਰਹੀਏ। ਓਕੇ, ਹੋ ਸਕਦਾ ਹੈ ਵੀ ਆਰੇ ਹੇਠ ਵੀ मोस्टली हर पैराग्राफ की लास्ट लाइन है। ਹਾਂਜੀ ਥਰਡ ਪੈਰੇ ਦੀ ਵੀ, ਹਾਂਜੀ ਗੁੱਡ। ਹੋਏ ਹੌਸਲੇ ਸਾਡੇ ਅੰਗਿਆਰ ਵਾਂਗੂ ਬੰਦ ਬੰਦ ਵੀ ਕੱਟ ਕੇ ਵੇਖ ਚੁੱਕੇ। ਓਕੇ, ਸੋ ਫਸਟ ਪੈਰਾ ਦੀ ਲਾਸਟ ਜਿਹੜਾ ਥਰਡ ਪੈਰਾ ਹੈ ਜਾਂ ਨੈਕਸਟ ਪੇਜ ਤੇ ਜਿਹੜਾ ਫਸਟ ਪੈਰਾ ਹੈ, ਇਹ ਤਿੰਨੋਂ ਤੁਸੀਂ ਲਿਖ ਸਕਦੇ ਹੋ, ਠੀਕ ਹੈ। ਫਿਰ ਤੁਸੀਂ ਤਿੰਨਾਂ ਨੂੰ ਐਕਸਪਲੇਨ ਕਰਨਾ ਹੈ। ਪਹਿਲਾਂ ਪੈਰੇ ਪੈਰੇ ਵਿੱਚੋਂ ਦੀ ਲਾਸਟ ਜਿਹੜੀਆਂ ਦੋ ਲਾਈਨਾਂ ਨੇ, ਤੱਤੀ ਤਵੀ ਤੇ ਬੈਠ ਅਡੋਲ, ਠੀਕ ਹੈ, ਇਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਜਿਹੜੇ ਕਿ ਤੱਤੀ ਤਵੀ ਤੇ ਵੀ ਬੈਠੇ ਸਨ, ਸੌਰੀ ਸ਼੍ਰੀ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਵੀ ਬੈਠੇ ਸਨ, ਪਰ ਫਿਰ ਵੀ ਉਹ ਅਡੋਲ ਰਹੇ ਸਨ, ਬਿਲਕੁਲ ਵੀ ਨਹੀਂ ਡੋਲੇ, ਨਾ ਹੀ ਉਹਨਾਂ ਨੇ ਆਪਣਾ ਧਰਮ ਚੇਂਜ ਕੀਤਾ। ਮੁਗਲਾਂ ਦਾ ਕੰਮ ਕੀ ਸੀਗਾ? ਪਹਿਲਾਂ ਪਹਿਲਾਂ ਮੁਸਲਮਾਨ ਸੀਗੇ ਨਾ, ਜਿਸ ਤਰ੍ਹਾਂ ਔਰੰਗਜ਼ੇਬ ਹੈ, ਮੀਰ ਮਨੂੰ ਹੈ, ਸਾਰੇ ਮੁਸਲਮਾਨ। ਇਹਨਾਂ ਦਾ ਕੰਮ ਕੀ ਸੀਗਾ? ਇਹਨਾਂ ਦਾ ਕੰਮ ਬੇਸਿਕਲੀ ਮਾਰਨਾ ਨਹੀਂ ਸੀ, ਇਹਨਾਂ ਦਾ ਕੰਮ ਸੀਗਾ ਧਰਮ ਚੇਂਜ ਕਰਵਾਉਣਾ। ਮਤਲਬ ਇਹ ਚਾਹੁੰਦੇ ਸਨ ਕਿ ਜਿੰਨੇ ਵੀ ਸਿੱਖ ਸਾਨੂੰ ਆਪਣਾ ਧਰਮ ਚੇਂਜ ਕਰਕੇ ਮੁਸਲਮਾਨ ਬਣ ਜਾਣ, ਠੀਕ ਹੈ ਨਾ। ਸੋ ਇਹ ਵੀ ਆ ਸਕਦਾ ਹੈ, ਸੈਕਿੰਡ ਪੈਰੇ ਦੀਆਂ ਵੀ ਆ ਸਕਦੀਆਂ ਨੇ, ਠੀਕ ਹੈ। ਸੈਕਿੰਡ ਪੈਰੇ ਨੂੰ ਫਿਲਹਾਲ ਤੁਸੀਂ ਇਹਦੇ ਵਿੱਚ ਨਾ ਕਰੋ। ਫਸਟ ਪੈਰੇ ਦੀਆਂ ਲਾਸਟ ਜਿਹੜੀਆਂ ਟੂ ਲਾਈਨਸ ਹੈ, ਜਾਂ ਥਰਡ ਪੈਰੇ ਦੀਆਂ, ਹੋਏ ਹੌਸਲੇ ਸਾਡੇ ਅਗਿਆਰ ਵਾਂਗੂ ਬੰਦ ਬੰਦ ਵੀ ਕੱਟ ਕੇ ਦੇਖ ਚੁੱਕੇ। ਤੇ ਜਦੋਂ ਮੀਰ ਮਨੂੰ ਨੇ ਬਹੁਤ ਜ਼ਿਆਦਾ ਤਾਨੇ ਦਿੱਤੇ, ਬਹੁਤ ਜ਼ਿਆਦਾ ਤਸੀਹੇ ਦਿੱਤੇ ਸੀ, ਜ਼ੁਲਮ ਕੀਤੇ ਸੀਗੇ, ਉਦੋਂ ਵੀ ਸਾਡੇ ਜਿਹੜੇ ਹੌਸਲੇ ਸੀਗੇ ਉਹ ਡਿੱਗੇ ਨਹੀਂ, ਸਗੋਂ ਅੰਗਿਆਰ ਵਾਂਗੂ ਉਹ ਪੱਕਦੇ ਰਹੇ, ਕੋਲੇ ਵਾਂਗੂ ਜਾਂ ਲਾਟਾਂ ਨਿਕਲਦੀਆਂ ਰਹੀਆਂ, ਜਾਂ ਬਹੁਤ ਜ਼ਿਆਦਾ ਸਾਡੇ ਹੌਸਲੇ ਸੀਗੇ ਉਹ ਬੁਲੰਦ ਰਹੇ, ਠੀਕ ਹੈ। ਤੇ ਸਾਡੇ ਉਹਨਾਂ ਨੇ ਟੋਟੇ ਟੋਟੇ ਵੀ ਕਰਕੇ ਦੇਖ ਲਏ, ਪਰ ਫਿਰ ਵੀ ਆਪਾਂ ਸੀ तक ना ਕੀਤੀ। ओके, हाँ जी रिदम। मैम ये जो लाइन आप बोल रहे हो वो कवि अंश में थे, यही हम कवि अंश कर रहे हैं, और जो पिछले हम लाइंस बोल रहे थे जैसे स्टार्टिंग में, तो वो भी कवि अंश में हमने करने हैं। ਕਾਵੰਸ਼ ਨਹੀਂ ਰਿਦਮ, ਆਪਾਂ ਕੁਐਸਚਨ ਆਨਸਰਸ ਕਰ ਰਹੇ ਹਾਂ ਬੇਟਾ। ਇਹਦੇ ਵਿੱਚ ਤੁਸੀਂ ਸੈਕਿੰਡ ਦੱਸਣਾ ਹੈ, ਉਹਦੇ ਵਿੱਚ ਨਾ ਤੁਕਾਂ, ਤੁਕਾਂ ਮੀਨਸ ਹੁੰਦੀਆਂ ਕਵਿਤਾ ਦੀਆਂ ਲਾਈਨਾਂ। ਲਾਈਨਾਂ ਦੇ ਵਿੱਚੋਂ ਤੁਸੀਂ ਦੇਖਣਾ ਹੈ ਕਿ ਜਿੱਥੇ ਤੁਹਾਨੂੰ ਅਡੋਲ ਤੇ ਸ਼ਾਂਤ ਰਹਿਣ ਦੀ ਅਵਸਥਾ ਦੱਸੀ ਜਾਂਦੀ ਹੈ। ਕਾਵੰਸ਼ ਆਪਾਂ ਰਿਦਮ ਕੱਲ ਨਾਲ ਹੀ ਕਰ ਲਏ ਸੀ। मैम कर लिए थे, बट बहुत ज्यादा वो इंटरनेट कनेक्शन कट रहा था। मैं दोबारा करवा देनी है, हुणे क्वेश्चन आंसर्स खत्म होते ना, मैं दोबारा करवा देनी है, डोंट वरी। मैम। हाँ जी सामिल। मैम जो हमने ये लाइंस लिखनी है, ये एक दो लाइंस लिखनी कि हर मैम पूरी पोएम में से जो जो लाइंस बन रही हैं वो लिखनी है? नहीं ਤੁਸੀਂ ਆਪਣੇ ਅਕੋਰਡਿੰਗਲੀ ਦੱਸਣਾ ਕਿ ਕਿਹੜੀਆਂ ਤੁਕਾਂ ਵਿੱਚ, ਫਿਰ ਤੁਸੀਂ ਤੁਕਾਂ ਲਿਖਣੀਆਂ ਪਹਿਲਾਂ ਉਹ ਦੋ ਲਾਈਨਾਂ ਲਿਖਣੀਆਂ ਹੈ, ਠੀਕ ਹੈ। ਜਿਸ ਤਰ੍ਹਾਂ ਹੁਣ ਕ੍ਰਿਤਿਕਾ ਨੂੰ ਲੱਗਾ ਸੀਗਾ ਚਰਖੜੇ ਵਾਲਾ, ਤੁਹਾਨੂੰ ਲੱਗਾ ਹੈ ਕਿ ਫਸਟ ਪੈਰਾ, ਠੀਕ ਹੈ ਨਾ, ਤੁਸੀਂ ਲਾਈਨਸ ਲਿਖਣੀਆਂ ਹਨ। ਵੈਸੇ ਤਾਂ ਤੁਸੀਂ ਪਹਿਲੇ ਪੈਰੇ ਦੀਆਂ ਲਾਈਨਸ ਚੱਕ ਲਓ ਤਾਂ ਬੈਟਰ ਹੈ, ਠੀਕ ਹੈ। ਅਗਰ ਤੁਸੀਂ ਹੋਰ ਕਿਤੇ ਤੁਹਾਨੂੰ ਪੜ੍ਹ ਕੇ ਲੱਗ ਰਿਹਾ ਤੇ ਤੁਸੀਂ ਉਹ ਲਾਈਨਾਂ ਵੀ ਲਿਖਣੀਆਂ, ਉਹਨੂੰ ਐਕਸਪਲੇਨ ਵੀ ਕਰਨਾ, ਜਿੱਥੇ ਉਹਨਾਂ ਨੂੰ ਅਡੋਲ ਤੇ ਸ਼ਾਂਤ ਰਹਿਣ ਦੇ ਬਾਰੇ ਕਿਹਾ ਗਿਆ ਸੀ, ਠੀਕ ਹੈ। ओके मैम। सेकंड क्वेश्चन क्लियर है सबनो? यस। ओके, नेक्स्ट थर्ड क्वेश्चन ਵਿੱਚ ਨਾ ਬੇਟਾ ਹੁਣ ਅਸੀਂ ਦੱਸਣਾ ਹੈ ਕਿ ਲਕੀਰੇ ਗਏ ਸ਼ਬਦ ਜਿਨ੍ਹਾਂ ਨੂੰ ਅੰਡਰਲਾਈਨ ਕੀਤਾ ਗਿਆ ਹੈ, ਉਹਦੇ ਵਿੱਚ ਤੁਸੀਂ ਦੱਸਣਾ ਹੈ ਕਿ ਕਿੰਨੇ ਕਿੰਨੇ ਸ਼ਹੀਦੀ ਪ੍ਰਾਪਤ ਕੀਤੀ ਸੀ, ਠੀਕ ਹੈ। ਇਸ ਤੋਂ ਬਾਅਦ ਵਿੱਚ ਫਿਰ ਆਪਾਂ ਇੱਕ ਵਾਰੀ ਕਾਵੰਸ਼ ਕਰ ਲੈਂਦੇ ਹਾਂ। ओके, तो पहला है
ਸੀਸ ਤਲੀ ਤੇ ਰੱਖਣਾ ਜਾਣਦੇ ਹਾਂ, ਠੀਕ ਹੈ। ਫਿਰ ਉਹਨਾਂ ਨੇ ਦੇਖੋ ਅੰਡਰਲਾਈਨ ਕੀਤਾ ਹੈ ਸੀਸ ਤਲੀ ਨੂੰ। ਸੀਸ ਤਲੀ ਤੇ ਕਿੰਨੇ ਧਰਿਆ ਸੀ? ਕੱਲ ਮੈਂ ਤੁਹਾਨੂੰ ਦੱਸਿਆ ਹੋਇਆ ਸੀ। ਹਾਂਜੀ ਸੋਮਿਲ। मैम बाबा दीप सिंह जी ने। ओके वेरी गुड, ठीक है। सीस तली पे आगे लिख लो बाबा दीप सिंह जी, नाले तुसी नाम लिख रहे हो। तो मैं कहा दस्या सी ना कि बाबा दीप सिंह जी बड़ी बहादुरी दे नाल लड़े सन। उन्हां दा जेहड़ा सीस है, सिर है, वो कटिया गया सीगा, पर फिर भी वो लड़ी गए सन, ठीक है। सेकंड, तत्ती तवी ते बैठ अडोल रहिए। फिर तत्ती तवी ये भी आपका चैप्टर श्री कितना गुरु होया अर्जन है? देव जी। ओके ठीक है, श्री गुरु अर्जन देव जी। ओके नेक्स्ट, आरे हेठ भी जिंदगी माणदे हां। आरे हेठ किहनां नूं चुनाया गया सीगा? भाई मती दास जी। हाँ जी ठीक है, भाई मती दास जी। ओके नेक्स्ट, कंध सरहिंद ਇਹਦੇ ਵਿੱਚ छोटे साहिबजादे जोरावर सिंह ते फतेह सिंह। ओके ठीक है। कंध सरहिंद ਦੇ ਵਿੱਚ ਛੋਟੇ ਸਾਹਿਬਜ਼ਾਦੇ ਤੇ ਤੁਸੀਂ ਨਾਮ ਲਿਖਣਾ ਚਾਹੁੰਦੇ ਹੋ ਤਾਂ ਤੁਸੀਂ ਨਾਮ ਵੀ ਲਿਖ ਸਕਦੇ ਹੋ, ठीक है। ਜੇ ਛੋਟੇ ਸਾਹਿਬਜ਼ਾਦੇ ਹੀ ਲਿਖਣਾ ਚਾਹੁੰਦੇ ਹੋ ਤੇ ਉਹ ਵੀ ਠੀਕ ਹੈ, ਛੋਟੇ ਸਾਹਿਬਜ਼ਾਦੇ, ठीक है। फिर लास्ट है बंद बंद भी कट के वेख चुके। भाई मनी सिंह जी। ठीक है वेरी गुड। बंद बंद भाई मनी सिंह जी, ठीक है। इन्हां दे हर एक अंग जिहड़ा सी ਉਹ ਕੱਟਿਆ ਜਾ ਰਿਹਾ ਸੀ, पर फिर भी ਇਹ अडोल रहे सन, इन्हां ने शहीदी प्राप्त की, ठीक है। ये पांच ने, इन्हां दे नाम लिख लो। ਸੀਸ ਤਲੀ ਤੇ ਕਿੰਨੇ ਧਰਿਆ? ਬਾਬਾ ਦੀਪ ਸਿੰਘ ਜੀ ਨੇ। ਤੱਤੀ ਤਲੀ ਤੇ ਕਿਹਨੂੰ ਬਿਠਾਇਆ? ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ। ਆਰੇ ਹਿੱਟ ਕੇ ਇਹਨਾਂ ਨੂੰ ਚੀਰਿਆ ਗਿਆ? ਭਾਈ ਮਤੀ ਦਾਸ ਜੀ ਨੂੰ। ਕੰਧ ਸਰਹਿੰਦ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ, ਤੇ ਬੰਦ ਬੰਦ ਕਿਹਨਾਂ ਨੇ ਕਟਵਾਏ ਸਨ? ਭਾਈ ਮਨੀ ਸਿੰਘ ਜੀ ਨੂੰ, ਠੀਕ ਹੈ। ठीक है, पहला तो लिखना है इस कविता दे कवि का नाम, फिर तुम लिखना है कि ये काव्य सतरां किहड़ी कविता विचों लईआं गईआं हन, ठीक है। गुलाब दी फसल विचों दी कवि का नाम की है? हरभजन सिंह हुंदल, ठीक है। ते या भी आ सकता है कि इस कविता विच इसका जिक्र होया है, ठीक है, शहीदां दी कुर्बानी का जिक्र होया है। उस तो बाद विच क्वेश्चन लिखो, सीस तली ते किसने रखा? वो ऑलरेडी लिखा होया है, सीस तली ते किसने रखा, ठीक है। या तत्ती तवी ते कौन बैठिया, ठीक है। आरे हेठ किसनू चिराया गया? ये फर्स्ट पैरे विचों दी क्वेश्चन बन सकते हैं। रिदम, ठीक है। देन कम टू सेकंड पैरा। सेकंड पैरे विच आ सकता है चमकौर दी गढ़ी विच किसनू शहीद किया गया? वो भी मैं तुहानू फर्स्ट क्वेश्चन दे विच कर दिता सीगा क्लियर, ठीक है। या सरहंद विच किन्हां नू चढ़वाया गया? ठीक है, छोटे साहिबजादियां नू, राइट। देन थर्ड पैरा, वाडियां किसने पाइया सन? देखिए ना, मीर मनु ने वाडियां लख पाइया, ठीक है। तो वाडियां किसने पाइया सन? ठीक है। नेक्स्ट क्वेश्चन, गुलजार वांग कौन खिड़िया सी? या कल हो सकता है कि तो मेरी जड़ी क्वेश्चन लिखवाए ने उन्होंने थोड़ी बहुत वर्डिंग चेंज हो गई होवे, बट उन्होंने आंसर ऑलमोस्ट सेम है, ठीक है। गुलजार वांगू कौन खिड़िया सी? या ऐसा हो सकता है कि किस दी तरह खिड़े सन गुलजार वांगू, ठीक है। डन। नेक्स्ट पेज, चरखड़ियां ते किन्हां नू चाड़िया गया? चरखड़ियां ते देखो, चरखड़ी दे स्पेलिंग भी लिखे हुए ने। चरखड़ियां ते किन्हां नू चाड़िया गया, ठीक है। नेक्स्ट पैरा, किन्हां दे टोटे कीते गए? किन्हां दे टोटे
कीते गए। ठीक है, नेक्स्ट ਝੋਲੀ ਵਿੱਚ ਡੱਕਰੇ, ਡੱਕਰੇ ਕਿਹਨਾਂ ਨੂੰ ਕਹਿੰਦੇ ਨੇ? ਟੋਟਿਆਂ ਨੂੰ। ਠੀਕ ਹੈ, ਝੋਲੀ ਵਿੱਚ ਡੱਕਰੇ ਕੌਣ ਪਵਾਉਂਦਾ ਹੈ? ਮਾਵਾ। ਦੇਖੋ ਤੁਹਾਡੀ ਨਾ ਇੱਥੇ ਮਾਵਾ ਦੀ ਸਪੈਲਿੰਗ ਨਾ ਉੱਪਰ ਬਿੰਦੀ ਇਦਾਂ ਪਾਈ ਹੋਈ ਹੈ ਦੋਨੋਂ ਪਾਸੇ। ठीक है, तो एक वाली जड़ी का तुसी रिमूव कर दियो, दोनों भी नहीं पाएगी मावा। ठीक है, नेक्स्ट जिगर दे टोटियां नू किना उत्ते सुट्टिया गया? उत्थे लिखा ना नीचियां, ਉੱਚਾ ਸੁੱਟ ਕੇ ਬੋਚ ਦੇ ਨੀਚਿਆਂ ਤੇ। ਬੋਚ ਦੇ ਕੀ ਹੁੰਦਾ? ਐਦਾਂ ਉਹਨਾਂ ਨੂੰ ਕੈਚ ਕਰਨਾ। ਠੀਕ ਹੈ, नेक्स्ट सानू केड़ी मिट्टी नाल मोह है या प्यार है? सानू केड़ी मिट्टी नाल मोह या प्यार है? कविता विच केड़े जंगल दा जिक्र किया गया है? ठीक है, भी लिखा होया है क्लियरली कविता विच केड़े जंगल दा जिक्र किया गया है। नेक्स्ट पैरे विचों दी कावंश, ये मैं हुणी बोल के हटी हाँ। ठीक है, साडी पिठ ते की खड़ा है? राइट। नेक्स्ट सानू किस उत्ते माण है या सानू किस उत्ते फखर है या आपां ओदी इज्जत करते हैं। ठीक है, ਅਸੀਂ किस ਲਈ कुर्बान होना चाहते हैं। राइट। लास्ट पैरा विच दी दो क्वेश्चन सीगे, या एक होर क्वेश्चन आ सकता है अंबा नू की पैंदा है? ठीक है, अंबा नू की पैंदा है? कोयल कित्थे आण के चहकदी है? लास्ट क्वेश्चन गुलाब दी फसल कित्थे महकदी है? ठीक है, या केड़ी फसल महकदी है? क्लियर है? नियर अबाउट तुहाडे 15-16 क्वेश्चन बन गए। ठीक है, इन्हां विचों दी तुसीं कोई 10 अपनी फेयर कॉपी ते कर लईओ, या बेटा तुहानू कावंश दे विचों की हो सकदा है, तुहानू वर्ड मीनिंग पूछे जा सकदे ने, सिर्फ कविता दे विचों दी, चैप्टर विचों दी नहीं। ठीक है, वो भी मैं तुहानू लिखवाए हुए सीगे। ठीक है, जिस तरह देखो तुहाडी बुक दे पिछे ही औखे शब्द लिखे ने, थापना। थापना मतलब थापी, ब्लैसिंग, हल्लाशेरी, डकरे, टोटे। ठीक है, अडोल जो बिल्कुल भी ना डोले, स्थिर रहे। ठीक है, मोह प्यार, चहकदी खुशी नाल बोलना या गाना, रत खून या लहू। ਇਹਦੇ ਤੋਂ ਇਲਾਵਾ ਹੋਰ ਵੀ ਕਾਫੀ ਆਏ ਸੀ वर्ड। ठीक है, और मैं ਤੁਹਾਨੂੰ पैरा वाइज तो मैं कल भी लिखवाए ਸੀਗੇ। जूझना मतलब लड़ना, सेकंड पैरे ਦੇ ਵਿੱਚੋਂ ਦੀ फर्स्ट पैरे ਦੇ ਵਿੱਚੋਂ ਦੀ ਹੋ ਗਏ ਨੇ। जूझना मतलब लड़ना, बाल मतलब बच्चे। ठीक है, चिड़े हुए मतलब उन्होंने चढ़वाया गया सी नीहां विच, छोटे साहिबजादियां नूं। देन थर्ड पैरे दे विचों दी टॉप वर्ड देख लो, वाडिया मतलब तसीहे या जुल्म, तसीहे। ठीक है, तसीहे दे स्पेलिंग देख लो, तसीहे लिख लो या जुल्म लिख लो। ठीक है, गुलजार फुल, अंगियार की हुंदा? अंगियारा जिस तरह अग दा जिद्दां छोटा जिहा पीस जिहा हुंदा ना, ओनू आपां कहने लाइक कोला टाइप। बंद बंद शरीर दा हर एक अंग। ठीक है, नेक्स्ट पेज महकणो, फुल महकणो जरा ना बंद हुए, महकणो मतलब खिड़नो। ठीक है, महकणो खिड़नो। बुलंद और उच्चा, बुलंद और उच्चा। जिगर दे टोटे बच्चों को क्या गया है? मामा दे बच्चों को। ठीक है, पोरा रता भी, बिल्कुल भी नहीं। ठीक है, पोरा मतलब बिल्कुल भी नहीं। कानूवान जंगल का नाम है। ठीक है, खैर मतलब खैर देश की फिर भी मंगते रहे, खैर मतलब भला। वेट कृतिका, खैर मतलब भला। ठीक है, बाकी बूर का तो मैं तुहानू दस दिता, बूर जिहड़ा छोटे छोटे जे फ्लावर्स हुंदे ने। ठीक है, रत मतलब खून। ओके, टॉप वर्ड्स भी हो गए, पर टॉप वर्ड्स नू तुसी प्योर कॉपी के नाल लिखियो, सिर्फ अपनी बुक उत्ते पेंसिल के नाल लिख लिया करो। हाँ जी कृतिका। मैम बुलंद का हम ज्यादा लिख सकते हैं? ज्यादा लिख सकते हो, हौसला होर भी ज्यादा उच्चा, उच्चा भी लिख सकते हो, बुलंद भी लिख सकते हो, ज्यादा भी लिख सकते हो।
ठीक है। ओके बेटा देख लो पोइम ਵਿੱਚੋਂ ਦੀ कोई भी चीज ना समझ लगी होवे कोई गल ना क्लियर होवे ਤਾਂ ਪੁੱਛ ਲਓ आप अदरवाइज ਤਾਂ मैं सब कुछ ਤੁਹਾਨੂੰ क्लियर कर ਦਿੱਤਾ है। सो अपने ਜਿਹੜੇ ਇਹ पोइम है ਇਹਨੂੰ कंप्लीट कर लो अपनी फिर कॉपी ਤੇ लिख लो ठीक है।